ਮਨ ਪੀਵੈ ਸੁਣ ਸ਼ਬਦ ਵਿਚਾਰਾ, ਮਨ ਪੀਵੈ ਸੁਣ ਸ਼ਬਦ ਵਿਚਾਰਾ, ਜਿਮ ਜਿਮ ਵਰਸੈ ਅੰਮ੍ਰਿਤ ਧਾਰਾ, ਮਨ ਪੀਵੈ ਸੁਣ ਸ਼ਬਦ ਵਿਚਾਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ੁਕਰ ਵਾਹਿਗੁਰੂ ਜੀ ਦਾ ਅੱਜ ਆਪਾਂ ਦੀਦਾਰ ਕਰ ਰਹੇ ਹਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 396 ਦੇ ਉੱਪਰ ਅੰਕਿਤ ਆਸਾ ਰਾਗ ਦੇ ਵਿੱਚ ਪੰਜਵੇਂ ਪਾਤਸ਼ਾਹ ਜੀ ਦੇ ਸ਼ਬਦ ਚੱਲ ਰਹੇ ਹਨ। ਆਸਾ ਮਹੱਲਾ ਪੰਜਵਾਂ, ਪੰਚਮ ਗੁਰਦੇਵ ਧੰਨ ਸਤਿਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਆਸਾ ਰਾਗ ਦੇ ਵਿੱਚ ਇਹ 101ਵਾਂ ਸ਼ਬਦ ਹੈ। ਸਤਿਗੁਰ ਸਾਚੈ ਦੀਆ ਭੇਜ, ਸਤਿਗੁਰ ਸੱਚਾ ਗਿਆਨ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਅੰਦਰ ਜਦੋਂ ਅਸੀਂ ਇਸ ਤਰੀਕੇ ਨਾਲ ਸੁਣਦੇ ਹਾਂ, ਗੁਰੂ ਸਾਹਿਬ ਕਹਿ ਕੀ ਰਹੇ ਨੇ, ਸਾਨੂੰ ਦੱਸ ਕੀ ਰਹੇ ਨੇ, ਸਮਝਾ ਕੀ ਰਹੇ ਨੇ, ਉਹ ਜੋ ਰੱਬ ਦੀ ਆਵਾਜ਼, ਗੁਰੂ ਸਾਹਿਬ ਦੀ ਆਵਾਜ਼ ਹੈ, ਉਹ ਸੱਚਾ ਗਿਆਨ ਹੈ। ਤੇ ਜਦੋਂ ਗੁਰਬਾਣੀ ਅੰਦਰ ਕੁਦਰਤ ਦੀਆਂ ਉਦਾਹਰਨਾਂ ਦਿੱਤੀਆਂ ਗਈਆਂ ਨੇ, ਭਵਰੇ ਦੀ, ਮੱਖੀ ਦੀ ਉਦਾਹਰਣ, ਬਗਲੇ ਦੀ ਉਦਾਹਰਣ, ਹੰਸ ਦੀ ਉਦਾਹਰਣ, ਮੱਛੀ ਦੀ ਉਦਾਹਰਣ, ਹਾਥੀ ਦੀ ਉਦਾਹਰਣ, ਬ੍ਰਿਕਸ਼ਾਂ ਦੀ ਉਦਾਹਰਣ, ਚੰਦਰਮਾ ਦੀ, ਸੂਰਜ ਦੀ, ਕੁਦਰਤ ਦੇ ਕ੍ਰਿਸ਼ਮਿਆਂ ਦੀ ਜਦੋਂ ਗੱਲ ਕੀਤੀ ਗਈ ਹੈ, ਤੇ ਗੁਰਬਾਣੀ ਦੇ ਰਚਨਹਾਰਿਆਂ ਨੇ ਸੱਚਾ ਗਿਆਨ ਕੁਦਰਤ ਦੇ ਵਰਤਾਰਿਆਂ ਵਿੱਚੋਂ ਦੇਖਿਆ। ਰੱਬ ਸੱਚਾ ਗਿਆਨ ਬਣ ਕੇ, ਸਤਿਗੁਰ ਸਰੂਪ ਬਣ ਕੇ ਹਰ ਵਰਤਾਰੇ ਵਿੱਚ ਹੈ। ਤੇ ਉਹ ਜੋ ਸੱਚਾ ਗਿਆਨ ਸੀ ਗੁਰੂ ਨਾਨਕ ਪਾਤਸ਼ਾਹ ਦੇ ਅੰਦਰ, ਗੁਰਬਾਣੀ ਦੇ ਰਚਨਹਾਰਿਆਂ ਦੇ ਅੰਦਰ ਲੱਭਾ ਲੱਭ ਭਰਿਆ ਪਿਆ ਸੀ। ਉਸ ਸੱਚੇ ਗਿਆਨ ਦੀ ਜੋਤ ਦਾ ਨਾਮ ਸੀ ਨਾਨਕ। ਇਸ ਲਈ ਸਾਰੇ ਗੁਰੂ ਸਾਹਿਬਾਨ ਜਦੋਂ ਅਖੀਰ ਤੇ ਸ਼ਬਦ ਵਰਤਦੇ ਨੇ ਤਾਂ ਨਾਨਕ ਸ਼ਬਦ ਹੀ ਵਰਤਦੇ ਨੇ। ਉਹ ਜੋ ਸੱਚਾ ਗਿਆਨ ਹੈ, ਵਾਹਿਗੁਰੂ ਸੱਚੇ ਪਾਤਸ਼ਾਹ ਜੀ ਨੇ ਭੇਜਿਆ। ਸੱਚ ਹੈ ਦੀਆ ਭੇਜ, ਸੱਚਾ ਦੇ ਅਰਥ ਨਿਰੰਕਾਰ ਪ੍ਰਭੂ ਨੇ। ਸੱਚਾ ਗਿਆਨ ਗੁਰੂ ਨਾਨਕ ਪਾਤਸ਼ਾਹ ਜੀ ਦੇ ਰੂਪ ਵਿੱਚ ਸਾਨੂੰ ਗੁਰੂ ਸਾਹਿਬ ਜੀ ਉਹ ਸੱਚੇ ਗਿਆਨ ਦੀ ਜੋਤ ਸਨ, ਉਹਨਾਂ ਨੂੰ ਭੇਜਿਆ। ਚਿਰ ਜੀਵਨ ਉਪਜਿਆ ਸੰਜੋਗ, ਚਿਰ ਜੀਵਨ, ਆਤਮਿਕ ਜੀਵਨ ਜਿਹੜਾ ਅੰਦਰੋਂ ਮਰਦਾ ਨਹੀਂ, ਉਹ ਜੀਵਨ ਜਿਸ ਜੀਵਨ ਦੇ ਵਿੱਚ ਵਾਹਿਗੁਰੂ ਜੀ ਦੀ ਮਿੱਠੀ ਮਿੱਠੀ ਯਾਦ ਦਾ ਸਿਮਰਨ ਰਸ ਹੈ, ਜਿਸ ਜੀਵਨ ਦੇ ਵਿੱਚ ਵਾਹਿਗੁਰੂ ਜੀ ਦੀ ਭੈ ਭਾਵਨੀ ਹੈ, ਰੱਬੀ ਉਪਦੇਸ਼ ਗੁਰਬਾਣੀ ਦੀਆਂ ਸਿੱਖਿਆਵਾਂ ਨੂੰ ਸਮਰਪਿਤ ਹੈ। ਹਰ ਵੇਲੇ ਗੁਰੂ ਦੇ ਦੱਸੇ ਮਿਸ਼ਨ ਤੇ ਤੁਰਨ ਵਾਲਾ ਆਤਮਿਕ ਜੀਵਨ, ਗੁਣਾ ਵਾਲਾ, ਰੱਬ ਦੇ ਨਿਜ਼ਮ ਨੂੰ ਸਮਰਪਿਤ ਹੋਇਆ ਜੀਵਨ ਉਪਜਿਆ, ਪੈਦਾ ਹੋਇਆ। ਕਦੋਂ? ਸੰਜੋਗ, ਜਦੋਂ ਗੁਰੂ ਨਾਨਕ ਪਾਤਸ਼ਾਹ ਜੀ ਦੇ ਇਸ ਸਤਿਗੁਰ ਸਰੂਪ ਦੇ ਨਾਲ ਕਿਸੇ ਦਾ ਸੰਜੋਗ ਬਣਿਆ, ਗੁਰੂ ਕੀ ਸੰਗਤ ਕਰਨੀ ਆ ਗਈ। ਜਦੋਂ ਮਨ ਨੇ ਸੱਚੇ ਗਿਆਨ ਦੀ, ਗੁਰੂ ਪਾਤਸ਼ਾਹ ਦੀਆਂ ਸਿੱਖਿਆਵਾਂ ਦੀ, ਗੁਰੂ ਨਾਨਕ ਪਾਤਸ਼ਾਹ ਜੀ ਦੀ ਜੋਤ ਦੀ, ਉਸ ਸੱਚੇ ਗਿਆਨ ਦੀ ਸੰਗਤ ਕੀਤੀ, ਤਾਂ ਫਿਰ ਇਹਦੇ ਅੰਦਰ ਚਿਰ ਜੀਵਨ ਉਪਜਿਆ, ਆਤਮਿਕ ਜੀਵਨ ਪੈਦਾ ਹੋਇਆ। ਉਧਰ ਮਾਹ ਆਏ ਕੀਆ ਨਿਵਾਸ, ਮਾਤਾ ਕੈ ਮਨ ਬਹੁਤ ਬਿਗਾਸ। ਹੁਣ ਅੰਦਰ ਉਦਾਹਰਨਾਂ ਦਿੱਤੀਆਂ ਨੇ ਕਿ ਜਿਵੇਂ ਮਾਤਾ ਦੇ ਗਰਭ ਵਿੱਚ ਜੋਤ ਆਉਂਦੀ ਹੈ ਤੇ ਉੱਥੇ ਸਰੀਰ ਬਣਦਾ ਹੈ ਤੇ ਬੱਚੇ ਦਾ ਜਨਮ ਹੁੰਦਾ ਹੈ, ਮਾਂ ਬੜੀ ਖੁਸ਼ ਹੁੰਦੀ ਹੈ। ਇਸੇ ਤਰ੍ਹਾਂ ਜਦੋਂ ਕਿਸੇ ਦੇ ਅੰਦਰ ਗੁਰੂ ਨਾਨਕ ਪਾਤਸ਼ਾਹ ਜੀ ਦੀ ਸੱਚੇ ਗਿਆਨ ਦੀ ਜੋਤ ਅੰਦਰ ਪ੍ਰਗਟ ਹੁੰਦੀ ਹੈ, ਭਾਵ ਉਹਦਾ ਗੁਰਬਾਣੀ ਦੀਆਂ ਸਿੱਖਿਆਵਾਂ ਨੂੰ ਮੰਨਦਿਆਂ ਅੰਦਰ ਸੋਝੀ ਪ੍ਰਗਟ ਹੋ ਜਾਂਦੀ ਹੈ। ਜਿਵੇਂ ਮਾਂ ਨੂੰ ਖੁਸ਼ੀ ਹੁੰਦੀ ਹੈ, ਇਸ ਤਰ੍ਹਾਂ ਰੱਬ ਨੂੰ ਵੀ ਖੁਸ਼ੀ ਹੁੰਦੀ ਹੈ, ਕਿਉਂਕਿ ਰੱਬ ਦਾ ਇੱਕ ਵਰਸਾਇਆ ਹੋਇਆ ਜੀਵਨ ਪੈਦਾ ਹੋ ਗਿਆ। ਆਖੋ ਵਾਹਿਗੁਰੂ। ਜੰਮਿਆ ਪੂਤ ਭਗਤ ਗੋਬਿੰਦ ਕਾ। ਉਹ ਗੁਰੂ ਨਾਨਕ ਪਾਤਸ਼ਾਹ ਜੀ ਦਾ ਜੋ ਸੱਚਾ ਗਿਆਨ ਹੈ, ਗੁਰੂ ਨਾਨਕ ਪਾਤਸ਼ਾਹ ਜੀ ਦੀ ਜੋ ਜੋਤ ਹੈ, ਉਹ ਰੱਬ ਦਾ ਪੁੱਤਰ ਹੈ। ਗੁਰੂ ਨਾਨਕ ਪਾਤਸ਼ਾਹ ਆਪਣੇ ਆਪ ਨੂੰ ਰੱਬ ਦਾ ਪੁੱਤਰ ਕਹਿੰਦੇ ਸੀ, ਰੱਬ ਨੂੰ ਪਿਤਾ ਕਹਿੰਦੇ ਸੀ। ਜਿਹੜੇ ਗੁਰਬਾਣੀ ਦੀਆਂ ਸਿੱਖਿਆਵਾਂ ਨੂੰ ਮੰਨਦੇ ਨੇ, ਉਹ ਅੱਗੋਂ ਗੋਬਿੰਦ ਦੇ ਭਗਤ ਜੀਵਨ ਪੈਦਾ ਹੁੰਦੇ ਨੇ। ਭਗਤ ਪੱਬਾ ਗੱਗਾ ਤੱਤਾ, ਉਹਨਾਂ ਅੰਦਰ ਰੱਬ ਦੀ ਭੈ ਭਾਵਨੀ ਹੁੰਦੀ ਹੈ, ਰੱਬ ਦਾ ਭਾਵ ਪਿਆਰ ਹੁੰਦਾ ਹੈ ਗੂੜਾ। ਗੱਗਾ ਗੁਣ, ਉਹ ਗੁਣਾਂ ਵਾਲਾ ਜੀਵਨ ਜਿਉਂਦੇ ਨੇ, ਗੁਣਾਂ ਦੇ ਸ਼ੁਕਰਾਨੇ ਵਜੋਂ ਗੁਣਾਂ ਨਾਲ ਪਰਉਪਕਾਰ ਕਰਦੇ ਨੇ। ਤੱਤਾ, ਉਹ ਤੇਰੇ ਦੀ ਭਾਵਨਾ ਸ਼ੁਕਰਾਨੇ ਵਿੱਚ ਜਿਉਂਦੇ ਨੇ। ਉਹ ਜੀਵਨ ਭਗਤ, ਉਹ ਰੱਬ ਦੇ ਪੁੱਤਰ ਹੁੰਦੇ ਨੇ, ਰੱਬ ਦੇ ਭਗਤ ਹੁੰਦੇ ਨੇ। ਇਹ ਰੱਬ ਦੇ ਪੁੱਤਰ ਗੁਰੂ ਨਾਨਕ ਪਾਤਸ਼ਾਹ ਜੀ ਦੇ ਉਹ ਸੱਚੇ ਗਿਆਨ ਦੀ ਖੇਡ ਵਾਪਰਦੀ ਹੈ।
ਜਿਸ ਦੇ ਅੰਦਰ ਇਹ ਜੋਤ, ਇਹ ਸੋਝੀ, ਇਹ ਜਜ਼ਬਾ, ਇਹ ਲਗਨ ਪ੍ਰਗਟ ਹੁੰਦੀ, ਪ੍ਰਗਟਿਆ ਸਭ ਮਹਿ ਲਿਖਿਆ ਧੁਰ ਕਾ ਰਹਾਉ। ਉਹ ਪਹਿਲਾਂ ਹਿਰਦੇ ਵਿੱਚ ਵਾਸ਼ਨਾ ਬਣ ਕੇ ਲਿਖਿਆ ਜਾਂਦਾ ਹੈ। ਜਿਹਦੇ ਅੰਦਰ ਵਾਸ਼ਨਾ ਬਣ ਗਈ ਨਾ, ਅੰਦਰ ਭੁੱਖ ਬਣ ਗਈ, ਮੈਂ ਗੁਰਬਾਣੀ ਨੂੰ ਸਮਝਾਂ, ਗੁਰਬਾਣੀ ਅਨੁਸਾਰ ਜੀਵਨ ਜਿਉਵਾਂ, ਫਿਰ ਉਹਦੇ ਵਿਚਾਰ, ਉਹਦੀ ਸੋਚ, ਪ੍ਰੀਤ, ਲਗਨ, ਫਿਰ ਜੀਵਨ ਬਣ ਗਿਆ। ਫਿਰ ਉਹ ਪ੍ਰਗਟ ਹੁੰਦਾ ਹੈ, ਸਾਰਿਆਂ ਨੂੰ ਪਤਾ ਲੱਗਦਾ ਹੈ। ਉਸ ਜੀਵਨ ਦਾ ਇੱਕ ਪ੍ਰਭਾਵ ਹੁੰਦਾ ਹੈ, ਇੱਕ ਪ੍ਰਤਾਪ ਹੁੰਦਾ ਹੈ, ਉਹਦਾ ਇੱਕ ਔਰਾ ਹੁੰਦਾ ਹੈ, ਆਭਾ ਮੰਡਲ। ਰਹਾਉ ਇਹ ਸੈਂਟਰਲ ਆਈਡੀਆ ਹੈ। ਇਸ ਤੋਂ ਪਹਿਲਾਂ ਜਿਹੜੀਆਂ 2 ਪੰਕਤੀਆਂ ਵਾਲਾ ਪਦ ਹੈ, ਇਹ ਸ਼ਬਦ ਦਾ ਤੱਤ ਸਾਰ ਹੈ ਰਹਾਉ। ਹੁਣ ਫਿਰ ਅੱਗੇ ਉਦਾਹਰਨ ਦੇ ਰਹੇ ਨੇ। ਦਸੀਂ ਮਾਸੀ ਹੁਕਮ ਬਾਲਕ ਜਨਮ ਲੀਆ, ਮਿਟਿਆ ਸੋਗ ਮਹਾ ਆਨੰਦ ਥੀਆ। ਕਹਿੰਦੇ ਜਿਵੇਂ 10ਵੇਂ ਮਹੀਨੇ ਬੱਚੇ ਦਾ ਜਨਮ ਹੁੰਦਾ ਹੈ, ਘਰ ਦੇ ਵਿੱਚ ਖੁਸ਼ੀਆਂ ਹੁੰਦੀਆਂ ਨੇ, ਸਾਰੀ ਚਿੰਤਾ ਦੁੱਖ ਭੁੱਲ ਜਾਂਦੇ ਨੇ। ਇਸੇ ਤਰ੍ਹਾਂ ਗੁਰਬਾਣੀ ਸਖੀ ਆਨੰਦ ਗਾਵੈ। ਜਿਹੜਾ ਮਨ ਆਪਣੀਆਂ ਗਿਆਨ ਇੰਦਰੀਆਂ ਰੂਪੀ ਸਹੇਲੀਆਂ ਨਾਲ ਮਿਲ ਕੇ ਗੁਰੂ ਕੇ ਸਤਸੰਗੀਆਂ ਦੇ ਵਿੱਚ, ਗੁਰਬਾਣੀ ਦੀਆਂ ਸਿੱਖਿਆਵਾਂ ਵਿੱਚ ਇਕਮਿਕ ਹੋ ਕੇ ਭਿੱਜ ਕੇ ਉਸ ਆਨੰਦ ਦੇ ਵਿੱਚੋਂ ਰੱਬ ਦੇ ਗੁਣਾਂ ਨੂੰ ਗਾਉਣਾ ਸਿੱਖਦਾ ਹੈ। ਭਾਵ ਰੱਬ ਦੇ ਰੱਬੀ ਉਪਦੇਸ਼ ਨੂੰ ਮੰਨ ਕੇ ਗੁਣਾਂ ਵਾਲਾ ਜੀਵਨ ਜਿਉਂਦਾ ਹੈ ਅਤੇ ਗੁਣਾਂ ਨਾਲ ਪਰਉਪਕਾਰ ਕਰਦਾ ਹੈ। ਉਹਦੇ ਅੰਦਰ ਵੀ ਉਸੇ ਤਰ੍ਹਾਂ ਆਨੰਦ ਪੈਦਾ ਹੋ ਜਾਂਦਾ ਹੈ ਜਿਵੇਂ ਬੱਚੇ ਦੇ ਜਨਮ ਲੈਣ ਦੇ ਨਾਲ ਕਿਸੇ ਦੇ ਘਰ ਵਿੱਚ ਆਨੰਦ ਬਣਦਾ ਹੈ। ਸਾਚੇ ਸਾਹਿਬ ਕੈ ਮਨ ਭਾਵੈ, ਕਿਉਂਕਿ ਉਹ ਜਿਹੜਾ ਜੀਵਨ ਹੈ ਨਾ, ਉਹ ਸੱਚੇ ਮਾਲਕ ਨੂੰ ਬਹੁਤ ਚੰਗਾ ਲੱਗਦਾ ਹੈ। ਦੇਖੋ ਕੈਸੀ ਕਮਾਲ ਦੀ ਖੇਡ ਹੈ। ਪਹਿਲਾਂ ਤਾਂ ਸਾਡੇ ਮਨ ਨੂੰ ਗੁਰਬਾਣੀ ਚੰਗੀ ਲੱਗਦੀ ਹੈ, ਸਾਡੇ ਮਨ ਨੂੰ ਗੁਰੂ ਪਾਤਸ਼ਾਹ ਦੇ ਉਪਦੇਸ਼ ਚੰਗੇ ਲੱਗਦੇ ਨੇ, ਸਾਡੇ ਮਨ ਨੂੰ ਗੁਰੂ ਪਾਤਸ਼ਾਹ ਦੀਆਂ ਸਿੱਖਿਆਵਾਂ ਮੰਨਣੀਆਂ ਚੰਗੀਆਂ ਲੱਗਦੀਆਂ ਨੇ। ਫਿਰ ਸੋਚ ਤੇ ਸੁਭਾਅ ਗੁਰਮੁਖ ਸੁਭਾਅ ਤੇ ਗੁਰਮਤ ਵਾਲੀ ਸੋਚ ਬਣ ਜਾਂਦੀ ਹੈ। ਫਿਰ ਗੁਰੂ ਪਿਤਾ ਜੀ ਨੂੰ ਤੇ ਰੱਬ ਨੂੰ ਚੰਗਾ ਲੱਗਦਾ ਹੈ। ਵਧੀ ਵੇਲ ਬਹੁ ਪੀੜ੍ਹੀ ਚਾਲੀ, ਜਿਵੇਂ ਬੱਚੇ ਦੇ ਜਨਮ ਲੈਣ ਨਾਲ ਕਹਿੰਦੇ ਨੇ ਦੁਨੀਆ ਦੀ ਪੀੜ੍ਹੀ ਚੱਲ ਗਈ, ਇਸੇ ਤਰ੍ਹਾਂ ਇਹ ਰੱਬ ਦੀ ਪੀੜ੍ਹੀ ਹੈ। ਰੱਬ ਦਾ ਪੁੱਤਰ ਗੁਰੂ ਨਾਨਕ ਪਾਤਸ਼ਾਹ ਜੀ ਨੇ, ਗੁਰਬਾਣੀ ਦੇ ਰਚਨਹਾਰੇ ਰੱਬ ਦੇ ਪੁੱਤਰ ਨੇ। ਗੁਰਬਾਣੀ ਦੀਆਂ ਸਿੱਖਿਆਵਾਂ ਨੂੰ ਪ੍ਰੈਕਟੀਕਲ ਜਿਉਂ ਕਿ ਜਿਹੜਾ ਜੀਵਨ ਗੁਰਮੁਖ ਜੀਵਨ ਪੈਦਾ ਹੁੰਦਾ ਹੈ, ਉਹ ਰੱਬ ਦੀ ਪੀੜ੍ਹੀ ਹੈ। ਧਰਮ ਕਲਾ ਹਰ ਬੰਧ ਬਹਾਲੀ, ਇਹ ਧਰਮ ਦੀ ਕਲਾ ਵਾਹਿਗੁਰੂ ਸੱਚੇ ਪਾਤਸ਼ਾਹ ਨੇ ਅੰਦਰ ਟਿਕਾ ਦਿੱਤੀ। ਬੰਧ ਬਹਾਲੀ, ਅੰਦਰ ਧਰਮ ਪਰਪੱਕ ਹੋ ਗਿਆ। ਧਰਮ ਕਰਮ ਕਾਂਡਾਂ ਵਿੱਚ ਨਹੀਂ ਹੈ। ਲੋਕ ਧਰਮ ਦੇ ਕਰਮਾਂ ਵਿੱਚ, ਧਾਰਮਿਕ ਰਸਮਾਂ ਰਿਵਾਜ਼ਾਂ ਨੂੰ ਹੀ ਧਰਮ ਸਮਝੀ ਬੈਠਦੇ ਨੇ। ਧਰਮ ਤਾਂ ਸੁਭਾਅ ਵਿੱਚ ਆਉਣਾ ਹੈ, ਧਰਮ ਤਾਂ ਸੋਚ ਵਿੱਚ ਆਉਣਾ ਹੈ, ਧਰਮ ਤਾਂ ਸਾਡੇ ਜਜ਼ਬਿਆਂ ਵਿੱਚ, ਭਾਵਨਾਵਾਂ ਵਿੱਚ ਵਸਣਾ ਹੈ। ਇਹ ਵਸਣਾ ਉਦੋਂ ਹੈ ਜਦੋਂ ਅੰਦਰ ਇੱਛਾ ਜਾਗੇਗੀ, ਅੰਦਰ ਇੱਕ ਤੜਫ ਜਾਗੇਗੀ, ਅੰਦਰ ਇੱਕ ਭੁੱਬ ਜਾਗੇਗੀ, ਮੈਂ ਇਸ ਤਰ੍ਹਾਂ ਜਿਉਣਾ ਹੈ। ਫਿਰ ਜਦੋਂ ਇਹ ਮਨ ਦੇ ਹਿਰਦੇ ਵਿੱਚ ਤੜਫ ਪੈਦਾ ਹੋ ਗਈ, ਮਨ ਚਿੰਦਿਆ ਸਤਿਗੁਰੂ ਦਿਵਾਇਆ, ਉਹ ਫਿਰ ਮਨ ਦੀ ਜਿਹੜੀ ਭੁੱਖ ਹੈ, ਮਨ ਦੀ ਜਿਹੜੀ ਇੱਛਾ ਹੈ, ਹਿਰਦੇ ਦੀ ਜਿਹੜੀ ਵਾਸ਼ਨਾ ਹੈ, ਉਹ ਰੱਬ ਨੇ ਕਿਵੇਂ ਪੂਰੀ ਕਰਨੀ? ਸਤਿਗੁਰੂ ਦਿਵਾਇਆ। ਉਹ ਸਤਿਗੁਰ ਸਰੂਪ ਜਿਹੜਾ ਹੈ ਨਾ, ਸੱਚਾ ਗਿਆਨ ਗੁਰਬਾਣੀ ਦੇ ਅੰਦਰ, ਉਹ ਚੰਗਾ ਲੱਗਣ ਲੱਗ ਜਾਏਗਾ, ਮੰਨਣ ਦੀ ਭਾਵਨਾ ਬਣ ਜਾਏਗੀ। ਭਏ ਅਚਿੰਤ ਏਕ ਲਿਵ ਲਾਇਆ, ਫਿਰ ਅੰਦਰ ਚਿੰਤਾ ਨਹੀਂ ਰਹੇਗੀ। ਨਾ ਸੰਤੁਸ਼ਟੀ ਵਿੱਚ ਜਿਉਣਾ, ਝੋਰੇ ਗਿਲੇ ਗੁਜ਼ਾਰੀ ਵਿੱਚ ਜਿਉਣਾ, ਇਹ ਜ਼ਿੰਦਗੀ 'ਚ ਨਹੀਂ ਹੁੰਦਾ। ਫਿਰ ਇੱਕ ਲਿਵ ਲੱਗ ਜਾਂਦੀ ਹੈ, ਇੱਕ ਜਨੂਨ ਹੁੰਦਾ ਮਿਸ਼ਨ 'ਤੇ ਤੁਰਨ ਦਾ। ਜੋ ਮਰਜ਼ੀ ਜ਼ਿੰਦਗੀ ਦੇ ਉਤਰਾਅ ਚੜ੍ਹਾਅ ਹੋਣ, ਉਹ ਮਿਸ਼ਨ 'ਤੇ ਤੁਰੇ ਰਹਿੰਦੇ ਨੇ। ਜਿਉਂ ਬਾਲਕ ਪਿਤਾ ਉੱਪਰ ਕਰੇ ਬਹੁਮਾਨ, ਜਿਵੇਂ ਇੱਕ ਬੱਚਾ ਆਪਣੇ ਪਿਤਾ 'ਤੇ ਬੜਾ ਮਾਣ ਕਰਦਾ ਹੈ। ਉਹਨੂੰ ਪਤਾ ਹੈ ਮੇਰਾ ਪਿਤਾ ਮੇਰੀ ਰੱਖਿਆ ਕਰਦਾ ਹੈ ਅਤੇ ਮੇਰੇ ਲਈ ਸਭ ਕੁਝ ਕਰ ਰਿਹਾ ਹੈ। ਬੁਲਾਇਆ ਬੋਲੇ ਗੁਰ ਕਾ ਭਾਣ, ਅਤੇ ਉਹ ਬੱਚਾ ਜੇ ਨਾ ਆਪਣੇ ਪਿਤਾ 'ਤੇ ਮਾਣ ਕਰਦਾ ਹੈ, ਉਹ ਪਿਤਾ ਦਾ ਆਗਿਆਕਾਰੀ ਹੁੰਦਾ ਹੈ। ਇਸੇ ਤਰ੍ਹਾਂ ਗੁਰਸਿੱਖ ਆਪਣੇ ਗੁਰੂ ਪਿਤਾ ਜੀ 'ਤੇ ਮਾਣ ਕਰਦੇ ਨੇ ਅਤੇ ਗੁਰੂ ਪਿਤਾ ਜੀ ਦੇ ਆਗਿਆਕਾਰੀ ਗੁਰਸਿੱਖ ਬਣਦੇ ਨੇ। ਗੁਰਮੁਖ ਜੀਵਨ, ਗੁਰਮਤ ਵਾਲੀ ਸੋਚ ਵਾਲੇ ਜੀਵਨ ਵਾਹਿਗੁਰੂ ਪਿਤਾ ਜੀ 'ਤੇ ਮਾਣ ਕਰਦੇ ਨੇ ਅਤੇ ਉਹਨਾਂ ਦੇ ਆਗਿਆਕਾਰੀ ਪੁੱਤਰ ਬਣਦੇ ਨੇ। ਜਿਹੜੇ ਆਗਿਆਕਾਰੀ ਪੁੱਤਰ ਬਣਦੇ ਨੇ, ਫਿਰ ਗੁੱਜੀ ਛੰਨੀ ਨਾਹੀ ਬਾਤ, ਇਹ ਕੋਈ ਗੱਲ ਲੁਕੀ ਛਿਪੀ ਨਹੀਂ।
ਗੁਰ ਨਾਨਕ ਤੁਠਾ ਕੀਨੀ ਦਾਤ। ਉਹ ਨਾਨਕ ਜੀ ਜੋ ਸਤਿਗੁਰ ਸਰੂਪ ਹੈ, ਜੋ ਵਾਹਿਗੁਰੂ ਜੀ ਦੇ ਸੱਚੇ ਗਿਆਨ ਦੀ ਜੋਤ ਹੈ, ਉਹ ਖੁਸ਼ ਹੋਏ। ਕਿਵੇਂ ਖੁਸ਼ ਹੋਏ? ਗੁਰ ਸਰੂਪ ਦੇ ਰਾਹੀਂ। ਗੁਰ ਨਾਨਕ, ਗੁਰ ਸਰੂਪ ਦੋਨੋਂ ਸਿੰਗੂਲਰ ਨਾਉਨ ਹੈ, ਇੱਕ ਵਚਨ ਨਾਮ ਹੈ, ਤੇ ਦੋਨਾਂ ਦੇ ਅਖੀਰਲੇ ਅੱਖਰਾਂ ਨੂੰ ਔਂਕੜ ਹੈ। ਗੁਰ ਦੇ ਰਾਰੇ ਨੂੰ ਔਂਕੜ ਹੈ, ਨਾਨਕ ਦੇ ਕੱਕੇ ਨੂੰ ਔਂਕੜ ਹੈ। ਗੁਰਬਾਣੀ ਗ੍ਰਾਮਰ ਸਾਨੂੰ ਸਿੱਖਣੀ ਚਾਹੀਦੀ, ਸਮਝਣੀ ਚਾਹੀਦੀ। ਨਾਨਕ ਜੋਤ ਹੈ ਸੱਚੇ ਗਿਆਨ ਦੀ। ਰੱਬ ਦਾ ਸਰੂਪ ਸੱਚਾ ਗਿਆਨ ਹੈ, ਤੇ ਉਹ ਸੱਚਾ ਗਿਆਨ ਗੁਰੂ ਨਾਨਕ ਜੀ ਲਬਾ ਲਬ ਉਹਨਾਂ ਦੇ ਅੰਦਰ ਭਰਿਆ ਪਿਆ। ਗੁਰੂ ਨਾਨਕ ਪਾਤਸ਼ਾਹ ਜੀ ਰੱਬ ਦਾ ਸਤਿਗੁਰ ਸਰੂਪ ਹੈ, ਸੱਚਾ ਗਿਆਨ ਸਰੂਪ ਹੈ, ਤੇ ਉਹ ਸਾਨੂੰ ਗੁਰ ਦਿੰਦੇ ਨੇ। ਗੁਰਬਾਣੀ ਅੰਦਰ ਜ਼ਿੰਦਗੀ ਜਿਉਣ ਦਾ ਜੋ ਗੁਰ ਦਿੰਦੇ ਨੇ, ਟੈਕਨੀਕ ਜੁਗਤ ਦਿੰਦੇ ਨੇ, ਉਹ ਗੁਰ ਸਰੂਪ ਹੈ। ਉਸ ਗੁਰ ਸਰੂਪ ਨਾਲ ਜਦੋਂ ਮਿਲਾਪ ਹੁੰਦਾ ਹੈ, ਸਤਿਗੁਰ ਸਰੂਪ ਨਾਲ, ਸੱਚੇ ਗਿਆਨ ਨਾਲ ਮਿਲਾਪ ਹੁੰਦਾ ਹੈ, ਫਿਰ ਖੁਸ਼ ਹੋ ਕੇ ਰੱਬ ਦਾਤ ਦਿੰਦਾ। ਆਖੋ ਵਾਹਿਗੁਰੂ। ਆਸਾ ਮਹੱਲਾ ਪੰਜਵਾਂ, ਆਸਾ ਰਾਗ ਦੇ ਵਿੱਚ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਇਹ ਸ਼ਬਦ ਹੈ, 102ਵਾਂ ਸ਼ਬਦ ਹੈ, 102 ਨੰਬਰ। ਗੁਰ ਪੂਰੇ ਰਾਖਿਆ ਦੇ ਹਾਥ। ਉਹ ਜੋ ਗੁਰ ਸਰੂਪ ਹੈ, ਪੂਰਾ ਗੁਰ, ਰੱਬੀ ਉਪਦੇਸ਼, ਗੁਰਬਾਣੀ ਦੀਆਂ ਸਿੱਖਿਆਵਾਂ, ਉਹਨੇ ਹੱਥ ਦੇ ਕੇ ਮਨ ਨੂੰ ਬਚਾ ਲਿਆ, ਸੋਝੀ ਦੇ ਦਿੱਤੀ, ਇੱਕ ਦਿਸ਼ਾ ਦਿਖਾ ਦਿੱਤੀ, ਜ਼ਿੰਦਗੀ ਜਿਉਣ ਦਾ ਇੱਕ ਤਰੀਕਾ ਦੇ ਦਿੱਤਾ। ਪ੍ਰਗਟ ਭਇਆ ਜਨ ਕਾ ਪ੍ਰਤਾਪ। ਫਿਰ ਜਿਸ ਨੂੰ ਜੀਵਨ ਜਿਉਣ ਦੀ ਦਿਸ਼ਾ ਗੁਰ ਸਰੂਪ ਤੋਂ ਮਿਲ ਗਈ, ਜਿਸ ਨੂੰ ਜ਼ਿੰਦਗੀ ਜਿਉਣ ਦਾ ਤਰੀਕਾ ਗੁਰਬਾਣੀ ਦੀਆਂ ਸਿੱਖਿਆਵਾਂ ਤੋਂ ਮਿਲ ਗਿਆ, ਉਹ ਚਾਕਰ ਬਣ ਗਿਆ। ਜਨ ਉਹ ਰੱਬ ਦੀ ਚਾਕਰੀ ਕਰਦਾ ਹੈ, ਰੱਬ ਦੀ ਬਣਾਈ ਦੁਨੀਆ ਦੇ ਭਲੇ ਲਈ ਆਪਾ ਵਾਰਦਾ। ਉਹ ਗੁਰੂ ਪਾਤਸ਼ਾਹ ਦੀ ਚਾਕਰੀ ਕਰਦਾ ਹੈ, ਗੁਰੂ ਦੀ ਕੌਮ ਦੀ ਚੜ੍ਹਦੀ ਕਲਾ ਦੇ ਲਈ ਆਪਾ ਵਾਰਦਾ ਹੈ। ਉਹ ਜੋ ਚਾਕਰ ਹੈ, ਉਹਦਾ ਪ੍ਰਤਾਪ ਦੁਨੀਆ ਤੇ ਪ੍ਰਗਟ ਹੁੰਦਾ ਹੈ, ਪਤਾ ਲੱਗਦਾ ਹੈ। ਉਹਦੇ ਬੋਲਾਂ ਵਿੱਚ ਮੈਗਨੈਟਿਕ ਪਾਵਰ ਹੁੰਦੀ ਹੈ, ਉਹਦੇ ਬੋਲਾਂ ਵਿੱਚ ਹਲੂਣੇ ਹੁੰਦੇ ਨੇ, ਝੰਜੋੜੇ ਹੁੰਦੇ ਨੇ, ਇੱਕ ਤੀਰ ਵੱਜਦੇ ਨੇ, ਉਹਨਾਂ ਦੇ ਜੀਵਨ ਦਾ ਪ੍ਰਭਾਵ ਹੁੰਦਾ ਹੈ। ਉਹ ਜਿੱਥੇ ਵੀ ਬੈਠਦੇ ਨੇ, ਗੁਰੂ ਦੇ ਪਿਆਰ ਦਾ ਇੱਕ ਮਾਹੌਲ ਸਿਰਜ ਦਿੰਦੇ ਨੇ। ਉਹਨਾਂ ਦਾ ਪ੍ਰਤਾਪ ਦੁਨੀਆ ਤੇ ਪ੍ਰਗਟ ਹੁੰਦਾ ਹੈ। ਉਹਨਾਂ ਦਾ ਜੀਵਨ ਪਤਾ ਕਿਸ ਤਰ੍ਹਾਂ ਦਾ? ਗੁਰ ਗੁਰ ਜਪੀ, ਗੁਰੂ ਗੁਰ ਧਿਆਈ। ਉਹ ਹਰ ਵੇਲੇ ਗੁਰ ਗੁਰ, ਉਹ ਜੋ ਗੁਰ ਸਰੂਪ ਹੈ ਗੁਰਬਾਣੀ ਅੰਦਰ, ਗੁਰਬਾਣੀ ਦੀਆਂ ਸਿੱਖਿਆਵਾਂ, ਉਹਨੂੰ ਪ੍ਰੈਕਟੀਕਲ ਜਿਉਂਦੇ ਨੇ। ਉਹ ਜਾਂ ਤਾਂ ਆਪਣੇ ਗੁਰੂ ਪਿਤਾ ਦਾ ਧਿਆਨ ਰੱਖਦੇ ਨੇ, ਜਾਂ ਫਿਰ ਗੁਰੂ ਸਾਹਿਬ ਦੇ ਉਪਦੇਸ਼ ਦਾ ਧਿਆਨ ਰੱਖਦੇ ਨੇ। ਇਹ ਉਦਾਹਰਨ ਘਰਾਂ ਵਿੱਚੋਂ ਸਮਝ ਲੈਣੀ। ਜਿਹੜਾ ਬੱਚਾ ਆਪਣੇ ਮੰਮੀ ਡੈਡੀ ਦਾ ਧਿਆਨ ਰੱਖਦਾ ਹੈ ਤੇ ਮੰਮੀ ਡੈਡੀ ਦੀਆਂ ਸਿੱਖਿਆਵਾਂ ਦਾ ਧਿਆਨ ਰੱਖਦਾ ਹੈ, ਉਹ ਆਗਿਆਕਾਰੀ ਹੁੰਦਾ। ਆਖੋ ਵਾਹਿਗੁਰੂ। ਗੁਰੂ ਗੁਰ ਧਿਆਈ। ਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਲਈ ਉੱਤਮ ਨੇ, ਹਰ ਵੇਲੇ ਉਹਨਾਂ ਦਾ ਧਿਆਨ, ਤੇ ਗੁਰ ਉਹਨਾਂ ਦੀਆਂ ਸਿੱਖਿਆਵਾਂ ਨੇ। ਇਸ ਲਈ ਇਹ ਮਨ ਦੇ ਅੰਦਰ ਇੱਕ ਇੱਛਾ, ਇੱਕ ਭਾਵਨਾ, ਇੱਕ ਤੜਫ, ਇੱਕ ਅਰਦਾਸ, ਵਾਹਿਗੁਰੂ ਜੀ ਮੈਂ ਗੁਰਬਾਣੀ ਦੀਆਂ ਸਿੱਖਿਆਵਾਂ ਨੂੰ, ਗੁਰ ਸਰੂਪ ਨੂੰ ਜ਼ਿੰਦਗੀ 'ਚ ਜਿਉਂਦਾ ਰਵਾਂ। ਗੁਰੂ ਗੁਰ ਜਪੀ, ਗੁਰੂ ਗੁਰ ਧਿਆਈ। ਮੇਰਾ ਧਿਆਨ ਗੁਰੂ ਵੱਲ ਤੇ ਗੁਰੂ ਦੇ ਉਪਦੇਸ਼ਾਂ ਵੱਲ ਰਹੇ। ਜੀ ਕੀ ਅਰਦਾਸ ਗੁਰੂ ਪਹਿ ਪਾਈ ਰਹਾਓ, ਗੁਰੂ ਪਹਿ ਪਾਈ ਰਹਾਓ। ਇਹ ਮੇਰੇ ਅੰਦਰਲੀ ਤੜਫ, ਅੰਦਰਲੀ ਅਰਦਾਸ ਗੁਰੂ ਤੋਂ ਪ੍ਰਾਪਤ ਕਰ ਲਵਾਂ, ਮੈਨੂੰ ਮਿਲ ਜਾਵੇ। ਰਹਾਓ ਸੈਂਟਰਲ ਆਈਡੀਆ ਹੈ ਸ਼ਬਦ ਦਾ। ਸ਼ਰਨ ਪਰੇ ਸਾਚੇ ਗੁਰਦੇਵ। ਜਿਹੜੇ ਸੱਚੇ ਗੁਰਦੇਵ, ਸਦੀਵੀ, ਜੋ ਰੱਬੀ ਉਪਦੇਸ਼ ਹੈ, ਗੁਰਬਾਣੀ ਦੀਆਂ ਸਿੱਖਿਆਵਾਂ, ਉਹਦੀ ਜੋ ਸੋਝੀ ਹੈ, ਪ੍ਰਕਾਸ਼, ਉਹ ਗੁਰਦੇਵ ਸਰੂਪ ਹੈ। ਜਿਹੜਾ ਇਸ ਦੀ ਸ਼ਰਨ ਪੈ ਗਿਆ, ਜਿਹਨੇ ਆਪਾ ਵਾਰ ਦਿੱਤਾ, ਪੂਰੀ ਡੈਡੀਕੇਟਡ ਹੋ ਗਿਆ। ਕਿਉਂਕਿ ਬਹੁਤ ਜ਼ਰੂਰੀ ਹੈ ਡੈਡੀਕੇਸ਼ਨ। ਬੰਦਾ ਕਿਸ ਚੀਜ਼ ਨੂੰ ਡੈਡੀਕੇਟਡ ਹੈ, ਸਾਰਾ ਉਸੇ ਲਈ ਜਿਉਂ ਰਿਹਾ ਹੈ। ਅਗਰ ਗੁਰੂ ਸਾਹਿਬ ਜੀ ਨੂੰ ਡੈਡੀਕੇਟਡ ਹੈ ਤਾਂ ਗੁਰੂ ਸਾਹਿਬ ਦੀ ਕੌਮ ਲਈ ਜਿਉਂ ਰਿਹਾ ਹੈ। ਕੋਈ ਰੱਬ ਨੂੰ ਡੈਡੀਕੇਟਡ ਹੈ ਤੇ ਰੱਬ ਦੀ ਬਣਾਈ ਦੁਨੀਆ ਲਈ ਜਿਉਂ ਰਿਹਾ ਹੈ। ਜਿਹੜਾ ਸੱਚੇ ਗੁਰਦੇਵ ਨੂੰ ਦੀ ਸ਼ਰਨ ਪੈ ਗਿਆ, ਪੂਰਨ ਹੋਈ ਸੇਵਕ ਸੇਵ, ਫਿਰ ਉਸ ਚਾਕਰ ਦੀ ਚਾਕਰੀ ਨਿਭ ਜਾਂਦੀ ਹੈ। ਉਹ ਚਾਕਰ ਬਣਦਾ ਹੈ, ਸੇਵਕ ਬਣਦਾ ਹੈ, ਆਪਾ ਵਾਰਦਾ ਹੈ। ਪੂਰਨ ਹੋਈ ਸੇਵਕ ਦੀ ਸੇਵ, ਜਿਹੜੀ ਸੇਵਾ ਪੂਰੀ ਹੋ ਗਈ, ਭਾਵ ਉਹਦੇ ਰਿਜ਼ਲਟ ਆਉਂਦੇ ਨੇ, ਉਹਦੇ ਆਊਟਪੁੱਟ ਹੁੰਦੇ ਆ। ਜਦੋਂ ਚਾਕਰੀ ਕਰਦੇ ਨੇ, ਕੌਮ ਦੀ ਚੜ੍ਹਦੀ ਕਲਾ ਲਈ ਚਾਕਰੀ ਕਰਦੇ ਨੇ,
ਉਹਦੇ ਰਿਜ਼ਲਟ ਦੁਨੀਆ ਦੇ ਸਾਹਮਣੇ ਹੁੰਦੇ ਨੇ। ਸੇਵਾ ਸਫਲ ਹੋ ਗਈ। ਜੀਓ ਪਿੰਡ ਜੋ ਬਨ ਰਾਖੈ ਪ੍ਰਾਨ, ਇਹ ਸਾਡਾ ਜੀਓ ਅੰਦਰਲਾ ਜੀਵਨ, ਇਹ ਸਰੀਰ, ਇਹ ਜਜ਼ਬਾ, ਜੋਬਨ ਦੀ ਭਾਵਨਾ ਹੈ ਜਜ਼ਬਾ। ਪ੍ਰਾਣ ਅਰਥ ਹੈ ਗੁਣ, ਵਾਹਿਗੁਰੂ ਜੀ ਦੀ ਰੱਖਿਆ ਕਰਦੇ ਨੇ ਜੀਵਨ ਦੇ ਵਿੱਚ। ਇਸ ਸਰੀਰ ਦੇ ਵਿੱਚ ਆਤਮਿਕ ਜੀਵਨ ਜਿਉਣ ਦਾ ਜਜ਼ਬਾ ਬਣਾ ਕੇ ਰੱਖਦੇ ਨੇ। ਉਸ ਆਤਮਿਕ ਜੀਵਨ ਦੇ ਲਈ ਗੁਣਾਂ ਦੇ ਪ੍ਰਾਣ, ਰੱਬ ਦੀ ਮਿੱਠੀ ਮਿੱਠੀ ਯਾਦ ਦਾ ਸਿਮਰਨ ਰਸ, ਭੈ ਭਾਵਨੀ, ਇਹ ਪ੍ਰਾਣ ਨੇ ਇਸ ਜੀਵਨ ਦੇ। ਫਿਰ ਦਿੰਦੇ ਨੇ ਕਹੋ ਨਾਨਕ ਗੁਰ ਕਉ ਕੁਰਬਾਨ, ਨਾਨਕ ਜੀ ਆਖਦੇ ਨੇ ਐਸੇ ਗੁਰੂ ਪਿਤਾ ਜੀ ਤੇ ਗੁਰੂ ਪਿਤਾ ਜੀ ਦੇ ਗੁਰ ਸਰੂਪ ਤੋਂ ਸਦਾ ਕੁਰਬਾਨ ਜਾਈਏ। ਆਸਾ ਘਰ 8ਵਾਂ, ਕਾਫੀ ਮਹੱਲਾ 5ਵਾਂ, ਆਸਾ ਰਾਗ ਦੇ ਵਿੱਚ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਸ਼ਬਦ ਕਾਫੀ ਸ਼ਬਦ ਦਾ ਸਰੂਪ ਹੈ। 8ਵੇਂ ਘਰ ਵਿੱਚ ਸਵਰ ਤਾਲ ਅਨੁਸਾਰ ਗਾਉਣ ਦਾ ਹੁਕਮ ਹੈ। ਸ਼ਬਦ ਤੋਂ ਪਹਿਲਾਂ ਮੂਲ ਮੰਤਰ ਦਾ ਸੰਖੇਪ ਰੂਪ ਹੈ। ਇੱਕ ਓੰਕਾਰ, ਸਤਿਗੁਰ ਪ੍ਰਸਾਦ, ਵਾਹਿਗੁਰੂ ਜੀ ਇੱਕ ਹੈ। ਉਹਦੀ ਐਗਜ਼ਿਸਟੈਂਸ ਹਰ ਥਾਂ ਤੇ ਹਰ ਸਮੇਂ ਹੈ। ਇੱਕ ਰਸ ਵਿਆਪਕ ਹੈ, ਸਰਬਕਾਲ ਹੈ, ਹਰ ਸਮੇਂ, ਸਰਬ ਠੌਰ ਹੈ, ਹਰ ਥਾਂ ਤੇ। ਸਤਿਗੁਰ ਪ੍ਰਸਾਦ, ਉਹ ਸੱਚਾ ਗਿਆਨ ਜਦੋਂ ਸੋਝੀ ਬਣਦਾ ਹੈ ਤੇ ਸਤਿਗੁਰ ਸਰੂਪ ਦੀ ਕਿਰਪਾ ਹੁੰਦੀ ਹੈ, ਫਿਰ ਉਹਦੀ ਐਗਜ਼ਿਸਟੈਂਸ ਫੀਲ ਹੁੰਦੀ ਹੈ, ਉਹਦੀ ਹੋਂਦ ਮਹਿਸੂਸ ਹੁੰਦੀ ਹੈ। ਜਿਹਨੂੰ ਹੋਂਦ ਮਹਿਸੂਸ ਹੁੰਦੀ ਹੈ, ਉਹਦੇ ਅੰਦਰ ਇੱਕ ਅਹਿਸਾਸ ਜਾਗਦਾ ਹੈ, ਉਹਨੂੰ ਰੀਅਲਾਈਜ਼ ਹੁੰਦਾ ਹੈ ਮੈਂ ਬੰਦਾ, ਬੈ ਖਰੀਦ, ਸੱਚ ਸਾਹਿਬ ਮੇਰਾ, ਮੈਂ ਆਪਣੇ ਵਾਹਿਗੁਰੂ ਜੀ ਮਾਲਕ ਦਾ ਗੁਲਾਮ ਹਾਂ। ਬੰਦਾ ਹੁੰਦਾ ਗੁਲਾਮ। ਬੰਦੇ ਸੇਜੇ ਪਵੈ ਵਿੱਚ ਬੰਦੀ, ਬੰਦਾ ਗੁਲਾਮ ਤੇ ਬੰਦੀ ਲਿਮਿਟੇਸ਼ਨ, ਮਰਿਆਦਾ। ਰੱਬ ਦੇ ਹੁਕਮ ਵਿੱਚ ਗੁਰੂ ਕਾ ਗੁਰਸਿੱਖ ਆਪਣੇ ਗੁਰੂ ਪਿਤਾ ਦਾ ਗੁਲਾਮ ਹੈ, ਗੁਰੂ ਪਿਤਾ ਦੇ ਕਹੇ ਅਨੁਸਾਰ ਚੱਲਦਾ ਹੈ। ਸਤਿਗੁਰੂ ਜੀ ਕਹਿੰਦੇ ਮੈਂ ਬੰਦਾ ਹਾਂ, ਵਾਹਿਗੁਰੂ ਜੀ ਦਾ ਗੁਲਾਮ ਹਾਂ। ਉਹਨੇ ਮੈਨੂੰ ਬੈ ਖਰੀਦ, ਮੁੱਲ ਖਰੀਦਿਆ ਹੋਇਆ, ਮੈਂ ਤਾਂ ਉਹਦਾ ਹੋ ਗਿਆ, ਉਹ ਮੇਰਾ ਮਾਲਕ ਹੈ। ਜੀਓ ਪਿੰਡ ਸਭ ਤਿਸ ਦਾ, ਸਭ ਕਿਛ ਹੈ ਤੇਰਾ। ਹੇ ਵਾਹਿਗੁਰੂ ਜੀ, ਇਹ ਸਭ ਕੁਝ ਤੁਹਾਡਾ ਹੈ। ਮੇਰਾ ਜੀਵਨ, ਮੇਰਾ ਸਰੀਰ, ਸਭ ਕੁਝ ਹੀ ਤੁਹਾਡਾ ਹੈ ਤੇ ਮੈਂ ਤੁਹਾਡਾ ਗੁਲਾਮ ਹਾਂ। ਤੁਸੀਂ ਮੈਨੂੰ ਮੁੱਲ ਖਰੀਦ ਲਿਆ, ਤੁਸੀਂ ਮੇਰੇ ਮਾਲਕ ਹੋ। ਮਾਣ ਨਿਮਾਣੇ ਤੂੰ ਧਣੀ, ਤੇਰਾ ਪਰਵਾਸਾ। ਤੁਸੀਂ ਨਿਮਾਣਿਆਂ ਨੂੰ ਮਾਣ ਦੇਣ ਵਾਲੇ ਹੋ ਵਾਹਿਗੁਰੂ ਜੀ, ਜਿਨ੍ਹਾਂ ਨੂੰ ਕੋਈ ਨਹੀਂ ਪੁੱਛਦਾ, ਉਹਨਾਂ ਦੇ ਤੁਸੀਂ ਹੁੰਦੇ ਹੋ। ਜਦੋਂ ਵਿਸ਼ਵਾਸ ਜਾਗ ਗਿਆ ਨਾ, ਫਿਰ ਸਮਝ ਲੱਗਦੀ ਜਿਹਦਾ ਕੋਈ ਵੀ ਨਹੀਂ ਹੁੰਦਾ, ਉਹਦਾ ਰੱਬ ਹੁੰਦਾ ਏ। ਜਿਹਦਾ ਕੋਈ ਵੀ ਨਹੀਂ ਹੁੰਦਾ, ਉਹਦਾ ਰੱਬ ਹੁੰਦਾ ਏ। ਦੁਨੀਆ ਦੁੱਖਾਂ 'ਚ ਸੱਤ ਛੱਡ ਜਾਂਦੀ ਹੈ। ਸੁਖ ਮੈਂ ਆਨ ਬਹੁਤ ਮਿਲ ਬੈਠਤ, ਰਹਿਤ ਚਾਹੂੰ ਦਿਸ ਘੇਰੈ। ਬਿਪਤ ਪਰੀ ਸਭ ਹੀ ਸੰਗ ਛਾੜਤ, ਕਉ ਨਾ ਆਵਤ ਨੇਰੈ। ਪਰ ਰੱਬ ਕਦੀ ਛੱਡਦਾ ਨਹੀਂ ਕਿਸੇ ਨੂੰ। ਵਾਹਿਗੁਰੂ ਜੀ, ਤੁਸੀਂ ਨਿਮਾਣਿਆਂ ਨੂੰ ਮਾਣ ਦੇਣ ਵਾਲੇ ਹੋ। ਤੁਸੀਂ ਗੁਣਾਂ ਦੇ ਖਜ਼ਾਨੇ ਹੋ, ਬਖਸ਼ਿਸ਼ ਦੇ ਖਜ਼ਾਨੇ ਹੋ। ਸਭ ਤੋਂ ਅਮੀਰ ਤੁਸੀਂ ਹੋ। ਤੂੰ ਧਣੀ, ਤੁਹਾਡਾ ਹੀ ਸਾਨੂੰ ਭਰੋਸਾ ਹੈ, ਤੁਹਾਡੇ ਤੇ ਹੀ ਵਿਸ਼ਵਾਸ ਹੈ, ਤੁਹਾਡਾ ਹੀ ਆਸਰਾ ਹੈ, ਤੇਰਾ ਪ੍ਰਵਾਸਾ। ਇਹ ਰਹਾਉ ਪਦੇ ਦੀਆਂ ਪੰਕਤੀਆਂ ਨੇ। ਬਿਨ ਸਾਚੇ ਅਨਟੇਕ ਹੈ, ਸੋ ਜਾਣ ਹੋ ਕਾਚਾ ਰਹਾਉ। ਇਹ ਸੈਂਟਰਲ ਆਈਡੀਆ ਹੈ ਸ਼ਬਦ ਦਾ। ਜਿਹੜਾ ਸੱਚੇ ਵਾਹਿਗੁਰੂ ਜੀ ਤੋਂ ਬਿਨਾਂ ਕਿਸੇ ਹੋਰ ਆਸਰੇ ਰੱਖਦਾ ਹੈ, ਲੋਕ ਲਾਜ, ਲੋਕਾਂ ਦੀ ਟੇਕ, ਲੋਕਾਂ ਨੂੰ ਖੁਸ਼ ਕਰਕੇ ਕੀ ਕਰ ਲਏਗਾ? ਉਹਨਾਂ ਨੇ ਕਦੀ ਖੁਸ਼ ਨਹੀਂ ਹੋਣਾ, ਤੇਰੇ 'ਚ ਨੁਕਸ ਲੱਭਣਗੇ ਹਮੇਸ਼ਾ। ਉਹਨਾਂ ਨੇ ਤੈਨੂੰ ਹਮੇਸ਼ਾ ਨਿਰਾਸ਼ ਕਰਨਾ ਹੈ, ਤੈਨੂੰ ਚਿੰਤਾਵਾਂ ਹੀ ਦੇਣੀਆਂ ਨੇ, ਗਹਿਰੇ ਦੁੱਖਾਂ ਵਿੱਚ ਤੇਰਾ ਸਾਥ ਛੱਡ ਜਾਣਾ ਹੈ। ਇਹ ਜਿਹੜਾ ਸੱਚੇ ਆਸ ਤੋਂ, ਸੱਚੇ ਵਾਹਿਗੁਰੂ ਜੀ ਤੋਂ ਛੱਡ ਕੇ ਹੋਰ ਪਾਸੇ ਦੇ ਭਰੋਸੇ ਨੇ ਨਾ, ਸਮਝ ਲਓ ਜੀਵਨ ਕੱਚਾ ਹੈ। ਸੋ ਜਾਣੋ ਕਾਚਾ ਰਹਾਓ, ਸੈਂਟਰਲ ਆਈਡੀਆ। ਤੇਰਾ ਹੁਕਮ ਅਪਾਰ ਹੈ, ਕੋਈ ਅੰਤ ਨਾ ਪਾਏ। ਹੈ ਵਾਹਿਗੁਰੂ ਜੀ, ਤੇਰਾ ਬਣਾਇਆ ਹੋਇਆ ਨਿਜ਼ਮ ਬੇਅੰਤ ਹੈ। ਇਸ ਨਿਜ਼ਮ ਦਾ ਕੋਈ ਪੂਰਾ ਭੇਦ ਨਹੀਂ ਪਾ ਸਕਦਾ। ਜਿਸ ਗੁਰ ਪੂਰਾ ਭੇਟ ਸੀ, ਸੋ ਚੱਲੈ ਰਜ਼ਾਏ। ਜਿਨ੍ਹਾਂ ਨੂੰ ਗੁਰ ਸਰੂਪ ਦਾ ਮਿਲਾਪ ਹੋ ਗਿਆ, ਭੇਟਣਾ ਹੁੰਦਾ ਮਿਲਾਪ ਹੋਣਾ,
ਰੱਬੀ ਉਪਦੇਸ਼, ਗੁਰਬਾਣੀ ਦੀਆਂ ਸਿੱਖਿਆਵਾਂ। ਮਿਲਾਪ ਕੀ ਹੈ? ਜਿਹਨੂੰ ਸਮਝ ਆ ਗਈ, ਮੰਨਣ ਲੱਗ ਪਿਆ, ਜ਼ਿੰਦਗੀ ਵਿੱਚ ਜਿਉ ਲਿਆ, ਉਹਦਾ ਗੁਰਸਰੂਪ ਨਾਲ ਮਿਲਾਪ ਹੋ ਗਿਆ। ਸੋ ਚੱਲਾ ਰਜ਼ਾਏ, ਉਹਦੇ ਜ਼ਿੰਦਗੀ ਵਿੱਚ ਜੋ ਵੀ ਹਾਲਾਤ ਬਣਦੇ ਨੇ, ਉਹ ਰੱਬ ਦੇ ਕੌਤਕ ਸਮਝ ਕੇ ਉਹਦੀ ਰਜ਼ਾ ਵਿੱਚ ਜਿਉਂਦਾ ਹੈ। ਚਤੁਰਾਈ ਸਿਆਣਪਾਂ ਕਿਤੇ ਕਾਮ ਨਾ ਆਈ ਹੈ। ਰੱਬ ਦੀ ਰਜ਼ਾ ਵਿੱਚ ਤੁਰਨ ਵਾਸਤੇ, ਰੱਬ ਦੀ ਬਖਸ਼ਿਸ਼ ਲੈਣ ਵਾਸਤੇ ਇਹ ਚਤੁਰਾਈਆਂ ਸਿਆਣਪਾਂ ਕਿਸੇ ਕੰਮ ਨਹੀਂ ਆਉਣੀਆਂ। ਆਖੋ ਵਾਹਿਗੁਰੂ। ਇੱਥੇ ਤਾਂ ਡੈਡੀਕੇਸ਼ਨ ਭਾਵਨਾ ਚਾਹੀਦੀ ਹੈ। ਇਹ ਤਾਂ ਫੁੱਲੀ ਡੈਡੀਕੇਟਡ ਹੋਣਾ ਪੈਣਾ ਹੈ। ਤੁਠਾ ਸਾਹਿਬ ਜੋ ਦੇਵੈ ਸੋਈ ਸੁਖ ਪਾਈਐ। ਇਹ ਜਦੋਂ ਡੈਡੀਕੇਸ਼ਨ ਭਾਵਨਾ ਮਿਲਦੀ ਨਾ, ਆਪਾ ਵਾਰਨ ਦੀ ਭਾਵਨਾ ਮਿਲਦੀ, ਇਹ ਵਾਹਿਗੁਰੂ ਜੀ ਦੀ ਬਖਸ਼ਿਸ਼ ਨਾਲ ਮਿਲਦੀ ਹੈ। ਉਹ ਖੁਸ਼ ਹੁੰਦੇ ਨੇ ਮਾਲਕ। ਤੁਠਾ ਸਾਹਿਬ, ਤੁਠਾ ਹੁੰਦਾ ਖੁਸ਼ ਹੋਣਾ, ਖੁਸ਼ ਹੋ ਗਿਆ। ਕੌਣ? ਸਾਹਿਬ, ਮਾਲਕ। ਉਹ ਜੋ ਦਿੰਦੇ ਨੇ ਨਾ, ਉਹੀ ਪ੍ਰਾਪਤ ਹੁੰਦਾ ਹੈ। ਉਹ ਆਤਮਿਕ ਸੁੱਖ, ਆਤਮਿਕ ਸੁੱਖ ਹੁੰਦਾ ਹੈ। ਰੱਬ ਦੀ ਮਿੱਠੀ ਮਿੱਠੀ ਯਾਦ ਦੇ ਵਿੱਚ ਅੰਦਰ ਸੰਤੁਸ਼ਟੀ, ਸਬਰ, ਸੰਤੋਖ। ਜੋ ਮਰਜ਼ੀ ਹਾਲਾਤ ਹੈ, ਅੰਦਰ ਸੰਤੁਸ਼ਟ, ਅੰਦਰ ਸ਼ੁਕਰਾਨਾ, ਅੰਦਰ ਆਨੰਦ, ਉਹਨੂੰ ਆਤਮਿਕ ਸੁੱਖ ਕਹਿੰਦੇ ਨੇ। ਜੇ ਲੱਖ ਕਰਮ ਕਮਾਈ ਹੈ ਕਿਛ ਪਵੈ ਨਾ ਬੰਧਾ। ਜੇ ਬਾਕੀ ਜਿਹੜੇ ਧਰਮ ਦੇ ਕਰਮ ਦੁਨੀਆ ਕਰਦੀ ਹੈ ਨਾ, ਧਾਰਮਿਕ ਰਸਮਾਂ ਰਿਵਾਜ ਨਿਭਾਈ ਜਾ ਰਹੇ ਨੇ, ਉਹ ਲੱਖਾਂ ਧਰਮ ਦੇ ਕਰਮ ਕਰੀ ਜਾਣ, ਉਹ ਦੁੱਖ ਜਿਹੜੇ ਆ ਨਾ, ਆਉਂਦੇ ਨੇ ਜ਼ਿੰਦਗੀ ਦੇ ਵਿੱਚ, ਅੰਦਰ ਦੁਖੀ ਕਰਦੇ ਨੇ, ਤੇ ਉਹਨੂੰ ਉਹ ਬੰਨ ਨਹੀਂ ਪਾ ਸਕਦੇ। ਦੁਖੀ ਹੋਈ ਜਿਉਣਾ ਇਹਨਾਂ ਨੇ, ਕਿਉਂਕਿ ਬਿਰਤੀ ਹੋਈ ਦੁਖੀ ਹੋਣ ਦੀ ਹੈ। ਉਲਾਂਭੇ ਦੇਣੇ, ਨੁਕਸ ਲੱਭਣੇ, ਤਾਨੇ ਮਾਰਨੇ, ਕ੍ਰੋਧ ਦੇ ਵਿੱਚ ਕੌੜੇ ਬੋਲ ਬੋਲਣੇ, ਅੰਦਰੋਂ ਚਿੰਤਾ ਵਿੱਚ ਦੁਖਣਾ, ਇਹਨੂੰ ਧਰਮ ਦੇ ਕਰਮਾਂ ਨੇ ਬੰਨ ਨਹੀਂ ਪਾਉਣਾ। ਜਿਉਣਾ ਪੈਣਾ ਧਰਮ ਨੂੰ। ਜਨ ਨਾਨਕ ਕੀਤਾ ਨਾਮ ਧਰ, ਹੋਰ ਛੱਡਿਆ ਧੰਦਾ। ਜਨ ਨਾਨਕ ਕੀਤਾ ਨਾਮ ਧਰ। ਇਹ ਨਾਨਕ ਜੀ, ਜਿਹੜਾ ਜਨ ਬਣ ਗਿਆ, ਚਾਕਰ ਬਣ ਗਿਆ ਨਾ, ਉਹਨੇ ਕੇਵਲ ਤੇ ਕੇਵਲ ਨਾਮ ਦਾ ਆਸਰਾ ਲੈ ਲਿਆ। ਰੱਬ ਦੇ ਨਿਯਮ ਨੂੰ ਫੋਲੋ ਕਰਨਾ ਵੀ ਨਾਮ ਹੈ। ਨਾਮ ਕੇ ਧਾਰੇ ਖੰਡ ਬ੍ਰਹਿਮੰਡ, ਸੁਖਮਨੀ ਸਾਹਿਬ ਦੀ ਪੰਕਤੀ। ਰੱਬ ਦੇ ਨਿਯਮ ਨੂੰ ਫੋਲੋ ਕਰਨ ਬਿਨਾਂ ਜੀਵਨ ਸਫਲ ਨਹੀਂ ਹੋਏਗਾ। ਫਿਰ ਵਾਹਿਗੁਰੂ ਜੀ ਦੀ ਮਿੱਠੀ ਮਿੱਠੀ ਯਾਦ ਦੇ ਸਿਮਰਨ ਰਸ ਵਿੱਚ ਜਿਉਣਾ, ਇਹ ਵੀ ਨਾਮ ਹੈ। ਇਹ ਤੋਂ ਬਿਨਾਂ ਅੰਦਰ ਸੰਤੁਸ਼ਟੀ, ਰਸ ਨਹੀਂ ਬਣੇਗਾ। ਫਿਰ ਰੱਬੀ ਉਪਦੇਸ਼, ਸੱਚੇ ਗਿਆਨ ਨੂੰ ਮੰਨਣਾ, ਗੁਰਬਾਣੀ ਦੀਆਂ ਸਿੱਖਿਆਵਾਂ ਨੂੰ ਮੰਨਣਾ, ਇਹ ਗਿਆਨ ਰੂਪੀ ਨਾਮ ਹੈ। ਇਹਦੇ ਤੋਂ ਬਿਨਾਂ ਸੁਭਾਅ ਨਹੀਂ ਬਦਲੇਗਾ, ਸੋਚ ਨਹੀਂ ਬਦਲੇਗੀ। ਜਦੋਂ ਚਾਕਰ ਨੇ ਇਸ ਦਾ ਆਸਰਾ ਲੈ ਲਿਆ, ਨਾਮ ਦਾ, ਹੋਰ ਛੱਡਿਆ ਧੰਦਾ, ਉਹਨੂੰ ਪਤਾ ਲੱਗ ਗਿਆ, ਬਾਕੀ ਉਲਝਣ ਤਾਣੀ ਛੱਡ ਦਿੱਤੀ ਉਸਨੇ। ਉਹ ਕੇਵਲ ਧਾਰਮਿਕ ਰਸਮਾਂ ਰਿਵਾਜਾਂ ਵਿੱਚ ਨਹੀਂ ਉਲਝਦਾ, ਉਹ ਸਿੱਖਣ ਦੀ ਭਾਵਨਾ ਦੇ ਨਾਲ ਧਰਮ ਦੇ ਕਰਮ ਕਰਦਾ ਹੈ ਤੇ ਜ਼ਿੰਦਗੀ ਜਿਉਂਦਾ ਹੈ। ਆਸਾ ਮਹੱਲਾ ਪੰਜਵਾਂ। ਆਸਾ ਰਾਗ ਦੇ ਵਿੱਚ ਗੁਰੂ ਅਰਜਨ ਦੇਵ ਪਾਤਸ਼ਾਹ ਦਾ ਸ਼ਬਦ ਹੈ, 104ਵਾਂ ਸ਼ਬਦ ਹੈ। ਸਰਬ ਸੁਖਾ ਮੈਂ ਭਾਲਿਆ, ਹੋਰ ਜੇਵੜ ਨਾ ਕੋਈ। ਸਾਰੇ ਸੁਖ ਦੇਖ ਲਏ, ਰੋਲ ਲਏ, ਪੜਚੋਲ ਲਏ। ਉਹ ਰੱਬੀ ਬਖਸ਼ਿਸ਼ ਵਾਲੇ ਸੁਖ ਵਰਗਾ ਕੋਈ ਸੁਖ ਨਹੀਂ। ਰੱਬੀ ਬਖਸ਼ਿਸ਼ ਵਾਲੇ ਜਜ਼ਬੇ ਦੇ ਵਿੱਚੋਂ, ਪ੍ਰੀਤ ਲਗਨ ਵਿੱਚੋਂ ਨਿਕਲੇ ਹੋਏ ਸੁਖ ਵਰਗਾ ਕੋਈ ਸੁਖ ਨਹੀਂ। ਗੁਰ ਤੁਠੇ ਤੇ ਪਾਈਐ, ਸੱਚ ਸਾਹਿਬ ਸੋਈ। ਇਹ ਸੱਚਾ ਮਾਲਕ, ਸੱਚਾ ਗਿਆਨ ਬਣ ਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਹੈ। ਤੇ ਅੰਦਰ ਸਾਨੂੰ ਜ਼ਿੰਦਗੀ ਜਿਉਣ ਦਾ ਜੋ ਗੁਰ ਦਿੱਤਾ ਗਿਆ, ਗੁਰਬਾਣੀ ਦੀਆਂ ਸਿੱਖਿਆਵਾਂ, ਉਹਨੂੰ ਮੰਨਣ ਦੇ ਨਾਲ ਹੀ ਫਿਰ ਗੁਰ ਸਰੂਪ ਦੀ ਬਖਸ਼ਿਸ਼ ਹੁੰਦੀ ਹੈ। ਗੁਰੂ ਸਾਹਿਬ ਖੁਸ਼ ਹੁੰਦੇ ਨੇ, ਗੁਰ ਤੁਠੇ ਤੇ ਪਾਈਐ, ਫਿਰ ਇਹ ਪ੍ਰਾਪਤੀ ਹੁੰਦੀ ਹੈ। ਇਹ ਸੱਚੇ ਮਾਲਕ ਦਾ ਖੇਲ ਹੈ। ਬਲਿਹਾਰੀ ਗੁਰ ਆਪਣੇ, ਸਦ ਸਦ ਕੁਰਬਾਨਾ। ਸਦਾ ਹੀ ਆਪਣੇ ਗੁਰੂ ਪਿਤਾ ਜੀ ਤੋਂ ਤੇ ਗੁਰੂ ਪਿਤਾ ਜੀ ਦੇ ਗੁਰ ਸਰੂਪ ਤੋਂ ਕੁਰਬਾਨ ਜਾਣਾ ਚਾਹੀਦਾ, ਬਲਿਹਾਰ ਜਾਣਾ ਚਾਹੀਦਾ। ਭਾਵ ਖਿੜੇ ਮੱਥੇ ਮੰਨਣਾ ਚਾਹੀਦਾ। ਇਹ ਤੋਂ ਬਿਨਾਂ ਸਾਡਾ ਜੀਵਨ ਸਫਲ ਨਹੀਂ ਹੋਣਾ। ਨਾਮ ਨਾ ਬਿਸਰੋਂ ਇੱਕ ਖਿਨ, ਵਾਹਿਗੁਰੂ। ਨਾਮ ਨਾ ਬਿਸਰੋਂ ਇੱਕ ਖਿਨ ਚਸਾ, ਇਹ ਕੀਜੈ ਦਾਨਾ ਰਹਾਓ। ਇਹ ਰਹਾਓ ਪਦ ਹੈ, ਸੈਂਟਰਲ ਆਈਡੀਆ। ਅੰਦਰ ਇੱਕ ਅਰਦਾਸ ਹੋਵੇ, ਇੱਕ ਤੜਫ ਹੋਵੇ, ਵਾਹਿਗੁਰੂ ਜੀ ਮੈਨੂੰ ਐਸੀ ਬਖਸ਼ਿਸ਼ ਦੇ ਦਿਓ। ਦਾਨ ਹੁੰਦਾ ਬਖਸ਼ਿਸ਼, ਦਾਤ ਹੁੰਦਾ ਬਖਸ਼। ਐਸੀ ਬਖਸ਼ਿਸ਼ ਦੇ ਦਿਓ, ਇੱਕ ਸੈਕਿੰਡ ਵੀ ਤੁਹਾਡਾ ਨਾਮ ਨਾ ਬਿਸਰੇ। ਨਾਮ ਦੇ ਤਿੰਨੇ ਸਰੂਪ ਯਾਦ ਰੱਖਣੇ।
ਇੱਕ ਸੈਕਿੰਡ ਵੀ ਤੁਹਾਡੇ ਨਿਜ਼ਮ ਨੂੰ ਫੋਲੋ ਕਰਨਾ ਨਾ ਭੁੱਲਾਂ। ਇੱਕ ਸੈਕਿੰਡ ਵੀ ਤੇਰੀ ਮਿੱਠੀ ਮਿੱਠੀ ਯਾਦ ਦੇ ਸਿਮਰਨ ਰਸ ਵਿੱਚ ਜਿਉਣਾ ਨਾ ਭੁੱਲਾਂ। ਇੱਕ ਸੈਕਿੰਡ ਵੀ ਤੇਰੇ ਰੱਬੀ ਉਪਦੇਸ਼ ਗਿਆਨ ਰੂਪੀ ਨਾਮ ਨੂੰ ਜ਼ਿੰਦਗੀ ਵਿੱਚ ਜਿਉਣਾ ਨਾ ਭੁੱਲਾਂ। ਵਾਹਿਗੁਰੂ ਜੀ ਬਖਸ਼ਿਸ਼ ਦੇ ਦਿਓ। ਭਾਗਠ ਸੱਚਾ ਸੋਏ ਹੈ ਜਿਸ ਹਰ ਧਨੇ ਅੰਤਰ, ਜਿਸ ਦੇ ਅੰਦਰ ਇਹ ਹਰੀ ਦਾ ਧਨ ਹੈ। ਰੱਬ ਦੇ ਗੁਣ ਹਰੀ ਦਾ ਧਨ ਹੈ। ਰੱਬ ਦੀ ਮਿੱਠੀ ਮਿੱਠੀ ਯਾਦ ਦਾ ਸਿਮਰਨ ਰਸ ਰੱਬ ਦਾ ਧਨ ਹੈ। ਰੱਬ ਦੀ ਪ੍ਰੀਤ, ਲਗਨ, ਜਜ਼ਬਾ, ਪਰਉਪਕਾਰ ਦੀ ਭਾਵਨਾ ਇਹ ਰੱਬ ਦਾ ਧਨ ਹੈ। ਜਿਹਦੇ ਅੰਦਰ ਹੈ ਭਾਗਠ ਸੱਚਾ ਸੋਏ, ਉਸ ਦੀ ਵੀ ਅਮੀਰ ਹੈ, ਸਦਾ ਅਮੀਰ ਹੈ। ਸੋ ਛੂਟੈ ਮਹਾਜਾਲ ਤੇ ਜਿਸ ਗੁਰ ਸ਼ਬਦ ਨਿਰੰਤਰ। ਉਹ ਆ ਜਿਹੜੀ ਉਲਝਣ ਤਾਣੀ ਹੈ ਨਾ, ਜਿਸ ਵਿੱਚ ਦੁਨੀਆ ਉਲਝੀ ਪਈ ਹੈ ਔਰ ਉਲਝ ਰਹੀ ਹੈ, ਉਸ ਤੋਂ ਬਚ ਜਾਂਦਾ ਹੈ। ਕਦੋਂ ਬਚਦਾ ਹੈ? ਜਿਸ ਗੁਰ ਸ਼ਬਦ ਨਿਰੰਤਰ, ਜਿਹਦੇ ਅੰਦਰ ਗੁਰ ਸਰੂਪ ਜ਼ਿੰਦਗੀ ਜਿਉਣ ਦਾ ਜੋ ਗੁਰ ਦਿੱਤਾ ਗਿਆ, ਉਹ ਜੋ ਉਪਦੇਸ਼ ਹੈ, ਸ਼ਬਦ ਉਪਦੇਸ਼ ਹੁੰਦਾ ਹੈ, ਨਿਰੰਤਰ ਉਸ ਨੂੰ ਜਿਉਂਦੇ ਨੇ, ਉਹ ਬਚ ਜਾਂਦੇ ਨੇ। ਗੁਰ ਕੀ ਮਹਿਮਾ ਕਿਆ ਕਹਾਂ, ਗੁਰ ਵਿਵੇਕ ਸਤ ਸਰ। ਉਹ ਜੋ ਗੁਰੂ ਪਿਤਾ ਜੀ ਦਾ ਗੁਰ ਸਰੂਪ ਹੈ, ਉਹਦੀ ਵਡਿਆਈ ਮੈਂ ਕੀ ਕਹਾਂ। ਉਹ ਤਾਂ ਗਿਆਨ ਦਾ ਸਰੋਵਰ ਹੈ। ਜਿਨ੍ਹਾਂ ਨੇ ਗੂੜਾ ਪ੍ਰੀਤ ਕੀਤੀ ਇਸ ਗਿਆਨ ਦੇ ਨਾਲ, ਸੋਝੀ ਦੇ ਨਾਲ, ਗੁਰਬਾਣੀ ਦੀਆਂ ਸਿੱਖਿਆਵਾਂ ਨਾਲ ਜਿਨ੍ਹਾਂ ਪ੍ਰੀਤ ਕੀਤੀ, ਉਹਨਾਂ ਸੁਣ ਕੇ ਮੰਨਿਆ। ਜਿਨ੍ਹਾਂ ਸੁਣ ਕੇ ਮੰਨਿਆ, ਉਹਨਾਂ ਆਪਣੇ ਅੰਦਰ ਗਿਆਨ ਦਾ ਇਸ਼ਨਾਨ ਕੀਤਾ, ਗਿਆਨ ਦੇ ਤੀਰਥ ਦਾ, ਤੇ ਉਹ ਆਦਤਾਂ ਦੀ ਮੈਲ ਉਤਰ ਗਈ ਜਿਹੜੀਆਂ ਆਦਤਾਂ ਗੁਰੂ ਪਿਤਾ ਜੀ ਦੇ ਉਪਦੇਸ਼ ਦੇ ਉਲਟ ਨੇ। ਸੁਣਿਆ, ਮੰਨਿਆ, ਮਨ ਕੀਤਾ ਭਾਉ, ਅੰਤਰਗਤ ਤੀਰਥ ਮਲ ਨਾਓ। ਇਹਨੂੰ ਕਹੇ ਤੇ ਗੁਰ ਵਿਵੇਕ ਸਤ ਸਰ। ਉਹ ਆਦ ਜੁਗਾਦੀ ਜੁਗਾਹ ਜੁਗ ਪੂਰਾ ਪਰਮੇਸ਼ਰ, ਉਹ ਵਾਹਿਗੁਰੂ ਸੱਚੇ ਪਾਤਸ਼ਾਹ ਜੁਗਾਂ ਜੁਗਾਂਤਰਾਂ ਤੋਂ, ਮੁੱਢ ਤੋਂ ਸੱਚਾ ਗਿਆਨ ਬਣ ਕੇ ਕੁਦਰਤ ਦੇ ਹਰ ਵਰਤਾਰੇ ਵਿੱਚ, ਉਹ ਸੱਚਾ ਗਿਆਨ ਬਣ ਕੇ ਗੁਰੂ ਪਾਤਸ਼ਾਹ ਦੀ ਬਾਣੀ ਅੰਦਰ ਲੱਭਾ ਲੱਭ ਭਰੇ ਪਏ। ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ। ਸਾਰੇ ਗੁਰੂ ਕੇ ਗੁਰਸਿੱਖ ਉਸ ਗਿਆਨ ਨੂੰ, ਸੱਚੇ ਗਿਆਨ ਦੇ ਅੰਮ੍ਰਿਤ ਨੂੰ ਆਪਣੇ ਅੰਦਰ ਸਾਰੇ ਦੇ ਅਰਥ ਸੰਭਾਲਦੇ ਨੇ। ਉਹ ਪਰਮੇਸ਼ਰ ਸਦਾ ਇਹ ਕੌਤਕ ਵਰਤਾਉਂਦੇ ਨੇ, ਜਿਹੜੇ ਗਿਆਨ ਦੇ ਸਰੋਵਰ ਦਾ ਇਸ਼ਨਾਨ ਕਰਦੇ ਨੇ, ਉਹਨਾਂ ਦਾ ਜੀਵਨ ਬਦਲ ਜਾਂਦਾ। ਆਖੋ ਵਾਹਿਗੁਰੂ। ਉਹਨਾਂ ਦੀ ਸੋਚਣੀ ਬਦਲਦੀ ਹੈ, ਉਹਨਾਂ ਦੀ ਭਾਵਨਾ ਬਦਲ ਜਾਂਦੀ ਹੈ, ਉਹਨਾਂ ਦੇ ਮਿਸ਼ਨ ਬਦਲ ਜਾਂਦੇ ਨੇ, ਜ਼ਿੰਦਗੀ ਵਿੱਚ ਜੂਝਣ ਦੇ ਤਰੀਕੇ ਬਦਲ ਜਾਂਦੇ ਨੇ। ਇਸ ਲਈ ਪਿਆਰਿਓ, ਨਾਮ ਧਿਆਵਹੁ ਸਦਾ ਸਦਾ। ਵਾਹਿਗੁਰੂ ਨਾਮ ਧਿਆਵਹੁ ਸਾਧ ਸਦਾ, ਹਰ ਹਰ ਮਨ ਰੰਗੇ। ਰੱਬ ਦੇ ਪਿਆਰ ਵਿੱਚ ਮਨ ਭਿੱਜਿਆ ਹੋਵੇ ਤੇ ਰੱਬ ਦੇ ਪਿਆਰ ਵਿੱਚ ਭਿੱਜੇ ਹੋਏ ਨਾਮ ਨੂੰ ਧਿਆਵੋ ਭਾਈ। ਉਹਦੇ ਨਿਜ਼ਮ ਨੂੰ ਫੋਲੋ ਕਰੋ, ਉਹਦੀ ਮਿੱਠੀ ਮਿੱਠੀ ਯਾਦ ਦੇ ਸਿਮਰਨ ਰਸ ਵਿੱਚ ਜਿਉਣਾ ਤੇ ਉਹਦੇ ਰੱਬੀ ਉਪਦੇਸ਼ ਗਿਆਨ ਰੂਪੀ ਨਾਮ ਨੂੰ ਧਿਆਉਣਾ। ਜਿਉ ਪ੍ਰਾਣ ਧਨ ਗੁਰੂ ਹੈ, ਨਾਨਕ ਕਹਿ ਸੰਗੇ। ਜਿਨ੍ਹਾਂ ਨੇ ਨਾਨਕ ਜੀ ਦਾ ਸੰਗ ਕਰ ਲਿਆ, ਉਹਨਾਂ ਨੂੰ ਪਤਾ ਲੱਗਿਆ ਕਿ ਨਾਨਕ ਜੀ ਸੱਚਾ ਗਿਆਨ ਹੈ, ਉਹ ਤਾਂ ਰੱਬ ਦੀ ਜੋਤ ਹੈ, ਉਹ ਗੁਰੂ ਨੇ। ਤੇ ਗੁਰੂ ਪਾਤਸ਼ਾਹ ਦਾ ਦਿੱਤਾ ਹੋਇਆ ਆਤਮਿਕ ਜੀਵਨ, ਉਹਦੇ ਵਿੱਚ ਜਜ਼ਬਾ, ਪ੍ਰੀਤ, ਲਗਨ, ਰੱਬ ਦੀ ਮਿੱਠੀ ਮਿੱਠੀ ਯਾਦ, ਭੈ ਭਾਵਨੀ, ਗੁਣ, ਇਹ ਧਨ ਹੈ, ਇਹ ਸਭ ਗੁਰੂ ਦਾ ਦਿੱਤਾ ਹੋਇਆ। ਸਤਿਗੁਰੂ ਜੀ ਕਿਰਪਾ ਕਰਨ, ਸਾਨੂੰ ਵੀ ਇਹ ਦਾਤ ਪ੍ਰਾਪਤ ਹੁੰਦੀ ਰਹੇ। ਭੁੱਲਾਂ ਚੁੱਕਾਂ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਨ ਪੀਵੈ ਸੁਣ ਸ਼ਬਦ ਵਿਚਾਰਾ, ਮਨ ਪੀਵੈ ਸੁਣ ਸ਼ਬਦ ਵਿਚਾਰਾ, ਜਿਮ ਜਿਮ ਵਰਸੈ ਅੰਮ੍ਰਿਤ ਧਾਰਾ। ਮਨ ਪੀਵੈ ਸੁਣ